ਚੰਡੀਗੜ੍ਹ ਦੇ ਰਹਿਣ ਵਾਲੇ ਡਾਕਟਰ ਸਰੂਪ ਸਿੰਘ ਜ਼ੂਲੌਜੀ ਦੇ ਪ੍ਰੋਫੈਸਰ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਅਜਿਹਾ ਪੰਨਾ ਫਰੋਲ ਕੇ ਸੁਣਾਇਆ ਜਿਸ ਨੂੰ ਸੁਣ ਕੇ ਲੱਤਾਂ ਨੂੰ ਕੰਬਣੀ ਛਿੜ ਜਾਵੇਗੀ। ਡਾਕਟਰ ਸਰੂਪ ਸਿੰਘ ਨੇ ਦੱਸਿਆ ਕਿ ਮੈਂ ਇੰਗਲੈਂਡ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਇੱਥੇ ਸਰਕਾਰੀ ਕਾਲਜ ਲੁਧਿਆਣਾ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਸਮਾਂ ਬੀਤਦਾ ਰਿਹਾ ਤੇ ਨਾਲ ਮੈਂ ਆਪਣੀ ਖੁਦ ਦੀਆਂ ਰਿਸਰਚਿਸ ਵੀ ਜਾਰੀ ਰੱਖੀਆਂ। ਆਪਣੀਆਂ ਖੋਜਾਂ ਦੇ ਸਿਲਸਿਲੇ ਦੇ ਵਿੱਚ ਮੈਂ ਭਾਰਤ, ਚੀਨ, ਨੇਪਾਲ, ਸਿੰਗਾਪੁਰ ਦੇ ਜੰਗਲਾਂ ਦੇ ਵਿੱਚ ਜਾ ਕੇ ਖੋਜਾਂ ਕਰਦਾ ਸੀ ਤੇ ਜ਼ਿੰਦਗੀ ਵਧੀਆ ਚੱਲ ਰਹੀ ਸੀ। ਪਰ ਕਈ ਵਾਰ ਜ਼ਿੰਦਗੀ ਕੁਝ ਅਜਿਹਾ ਵੀ ਦਿਖਾ ਦਿੰਦੀ ਹੈ ਜਿਸ ਚੀਜ਼ ਦੀ ਆਪਾਂ ਕਲਪਨਾ ਤੱਕ ਨਹੀਂ ਕੀਤੀ ਹੁੰਦੀ ਤੇ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਗੱਲਾਂ ਨੂੰ ਮੰਨਣਾ ਹੀ ਪੈਂਦਾ ਹੈ। ਸਾਲ 2009 ਦੇ ਵਿੱਚ ਮੇਰੇ ਨਾਲ ਕੁਝ ਅਜਿਹਾ ਹੋਇਆ ਜਿਸ ਨੂੰ ਮੈਂ ਭੁੱਲ ਨਹੀਂ ਸਕਿਆ ਤੇ ਅੱਜ ਵੀ ਉਹ ਘਟਨਾ ਯਾਦ ਕਰਕੇ ਮੈਂ ਕੰਬ ਉੱਠਦਾ ਹਾਂ। ਮੈਂ ਤਰਕਵਾਦੀ ਇਨਸਾਨ ਸੀ, ਸਾਇੰਸਦਾਨ ਵੀ ਸੀ। ਭੂਤਾਂ ਪ੍ਰੇਤਾਂ ਨੂੰ ਮੈਂ ਅੰਧ ਵਿਸ਼ਵਾਸ ਮੰਨਦਾ ਸੀ ਤੇ ਇਹਨਾਂ ਵੱਲ ਮੈਂ ਧਿਆਨ ਨਹੀਂ ਦਿੰਦਾ ਸੀ। ਇੱਕ ਖੋਜ ਮੈਨੂੰ ਸਾਲ 2009 ਦੇ ਵਿੱਚ ਉੱਤਰਾਖੰਡ ਦੇ ਜੰਗਲਾਂ ਤੱਕ ਲੈ ਗਈ। ਜੰਗਲ ਮੇਰੇ ਲਈ ਕੋਈ ਨਵਾਂ ਨਹੀਂ ਸੀ, ਪਰ ਇਲਾਕੇ ਬਾਰੇ ਮੈਨੂੰ ਕੁਝ ਖਾਸ ਜਾਣਕਾਰੀ ਨਹੀਂ ਸੀ। ਮੇਰੇ ਨਾਲ 2 ਵਿਦਿਆਰਥੀ ਤੇ 2 ਹੋਰ ਪ੍ਰੋਫੈਸਰ ਮੇਰੇ ਨਾਲ ਹੀ ਉਹਨਾਂ ਜੰਗਲਾਂ ਦੇ ਵਿੱਚ ਪਹੁੰਚੇ। ਜੰਗਲ ਦੇ ਵਿੱਚ ਪਹੁੰਚੇ ਤੇ ਜੰਗਲ ਤੋਂ ਬਾਹਰ ਹੀ ਜੰਗਲਾਤ ਵਿਭਾਗ ਦੇ ਕੁਆਟਰ ਦੇ ਵਿੱਚ ਰੁਕਣ ਦਾ ਆਪਾਂ ਇੰਤਜ਼ਾਮ ਕੀਤਾ, ਜੋ ਕਿ ਕਾਫੀ ਸਮੇਂ ਤੋਂ ਬੰਦ ਪਿਆ ਸੀ। ਕਾਫੀ ਵੱਖਰਾ ਜਿਹਾ ਏਰੀਆ ਸੀ ਤੇ ਵਿਭਾਗ ਦੇ ਲੋਕ ਉੱਥੇ ਘੱਟ ਹੀ ਡਿਊਟੀ ਦਿਆ ਕਰਦੇ ਸੀ। ਉਹਨਾਂ ਕੁਆਟਰਾਂ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਸੀ ਤੇ ਉੱਥੇ ਨਜ਼ਦੀਕ ਇੱਕੋ ਇੱਕ ਦੁਕਾਨ ਸੀ। ਆਪਾਂ ਜੰਗਲ ਦੇ ਵਿੱਚ ਖੋਜ ਕਰਨ ਤੋਂ ਪਹਿਲਾਂ ਦੁਕਾਨ ਤੋਂ ਕੁਝ ਜ਼ਰੂਰੀ ਸਮਾਨ ਖਰੀਦਿਆ ਤੇ ਦੁਕਾਨਦਾਰ ਨੇ ਸਾਨੂੰ ਵੱਖੋ ਵੱਖਰੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ ਕਿ ਜਿਸ ਜਗ੍ਹਾ ਦੇ ਉੱਤੇ ਆਪਾਂ ਰਹਿ ਰਹੇ ਹਾਂ ਉੱਥੇ ਪ੍ਰੇਤਾਂ ਦਾ ਕਬਜ਼ਾ ਹੈ, ਜਿਸ ਕਾਰਨ ਉੱਥੇ ਕੋਈ ਨਹੀਂ ਰਹਿੰਦਾ। ਆਪਾਂ ਉਸ ਦੀਆਂ ਗੱਲਾਂ ਤੇ ਹੱਸਣ ਲੱਗੇ ਤੇ ਮਜ਼ਾਕ ਦੇ ਵਿੱਚ ਸਮਝ ਕੇ ਉੱਥੋਂ ਵਾਪਸ ਆ ਗਏ। ਆਪਾਂ ਸੋਚਿਆ ਕਿ ਲੋਕਾਂ ਨੇ ਲੱਕੜ ਚੋਰੀ ਕਰਨ ਵਾਸਤੇ ਅਜਿਹੀਆਂ ਅਫਵਾਹਾਂ ਫੈਲਾਈਆਂ ਹੋਣਗੀਆਂ ਤਾਂ ਜੋ ਕੋਈ ਇੱਧਰ ਆ ਨਾ ਸਕੇ, ਪਰ ਸ਼ਾਇਦ ਆਪਾਂ ਉੱਥੇ ਗਲਤ ਸੀ। ਉਸ ਜਗ੍ਹਾ ਦੇ ਉੱਤੇ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਜਿਸ ਬਾਰੇ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ। ਰਾਤ ਹੋਈ, ਆਪਾਂ ਖਾਣਾ ਬਣਾਇਆ ਤੇ ਸੌਣ ਦੀ ਤਿਆਰੀ ਕੀਤੀ। ਮੈਂ ਤੇ ਮੇਰੇ ਸਟੂਡੈਂਟਸ ਇੱਕ ਕਮਰੇ ਦੇ ਵਿੱਚ ਤੇ ਬਾਕੀ ਦੋਨੋਂ ਪ੍ਰੋਫੈਸਰ ਦੂਜੇ ਕਮਰੇ ਦੇ ਵਿੱਚ ਸੌਣ ਲਈ ਚਲੇ ਗਏ। ਰਾਤ ਦੇ ਸਮੇਂ ਜੰਗਲ ਬਹੁਤ ਭਿਆਨਕ ਆਵਾਜ਼ਾਂ ਕਰਦਾ ਹੈ, ਇਹ ਤਾਂ ਆਮ ਹੀ ਗੱਲ ਹੈ। ਪਰ ਮੈਂ ਉਸ ਸਮੇਂ ਸ਼ਾਮ ਦਾ ਨਿਤਨੇਮ ਕਰਕੇ ਕਿਤਾਬ ਪੜ੍ਹ ਰਿਹਾ ਸੀ ਕਿ ਅਚਾਨਕ ਹੀ ਮੈਨੂੰ ਕੁਝ ਅਜੀਬ ਆਵਾਜ਼ਾਂ ਸੁਣਾਈ ਦਿੱਤੀਆਂ, ਜੋ ਕਿ ਨਾ ਹੀ ਜੰਗਲ ਤੇ ਨਾ ਹੀ ਕਿਸੇ ਜੰਗਲੀ ਜਾਨਵਰ ਦੀਆਂ ਸੀ। ਮੈਂ ਧਿਆਨ ਨਾ ਦੇ ਕੇ ਆਪਣੀ ਕਿਤਾਬ ਪੜ੍ਹਦਾ ਰਿਹਾ, ਪਰ ਕੁਝ ਸਮੇਂ ਬਾਅਦ ਮੇਰੇ ਨਾਲ ਦੇ ਪ੍ਰੋਫੈਸਰ ਦੂਸਰੇ ਕਮਰੇ ਦੇ ਵਿੱਚੋਂ ਆਏ ਤੇ ਕਹਿਣ ਲੱਗੇ ਕਿ ਉਹਨਾਂ ਦੇ ਕਮਰੇ ਦੇ ਵਿੱਚ ਕੋਈ ਘੁੰਮ ਰਿਹਾ ਸੀ ਤੇ ਉਸ ਦੀ ਆਵਾਜ਼ ਬਹੁਤ ਹੀ ਭਿਆਨਕ ਸੀ। ਮੈਨੂੰ ਯਕੀਨ ਨਹੀਂ ਹੋਇਆ ਤੇ ਮੈਂ ਕਮਰੇ ਵੱਲ ਗਿਆ ਜਿੱਥੇ ਸੱਚ ਵਿੱਚ ਹੀ ਇੱਕ ਸਾਇਆ ਘੁੰਮਦਾ ਨਜ਼ਰ ਹੀ ਪਿਆ। ਡਰ ਤਾਂ ਲੱਗਿਆ ਪਰ ਕੁਝ ਕਰ ਨਹੀਂ ਸਕਦੇ ਸੀ ਕਿਉਂਕਿ ਆਪਾਂ ਫਸ ਚੁੱਕੇ ਸੀ। ਅਚਾਨਕ ਹੀ ਮੇਰੇ ਸਟੂਡੈਂਟਸ ਦੇ ਉੱਤੇ ਕਿਸੇ ਚੀਜ਼ ਨੇ ਵਾਰ ਕੀਤਾ ਤੇ ਲਗਾਤਾਰ ਵਾਰ ਕਰਦੇ ਰਹੇ ਤੇ ਆਪਾਂ ਉੱਥੇ ਕੁਝ ਵੀ ਨਹੀਂ ਕਰ ਪਾਏ ਕਿਉਂਕਿ ਆਪਾਂ ਸਿਰਫ ਉਸ ਸਾਈ ਨੂੰ ਮਹਿਸੂਸ ਕਰ ਰਹੇ ਸੀ ਪਰ ਦਿਖਾਈ ਕੁਝ ਵੀ ਨਹੀਂ ਦੇ ਰਿਹਾ ਸੀ। ਡਰ ਕੇ ਸਾਰੇ ਲੋਕ ਬਾਹਰ ਜੰਗਲ ਦੀ ਤਰਫ ਭੱਜੇ। ਮੈਂ ਵੀ ਬਾਹਰ ਚਲਿਆ ਗਿਆ। ਜੰਗਲ ਦੇ ਵਿੱਚ ਕੁਝ ਅੱਧਾ ਕਿਲੋਮੀਟਰ ਅੰਦਰ ਜਾ ਕੇ ਇੱਕ ਖਾਲੀ ਜਗ੍ਹਾ ਆਈ ਜਿੱਥੇ ਆਪਾਂ ਰੁਕ ਗਏ। ਉਸ ਖਾਲੀ ਜਗ੍ਹਾ ਦੇ ਵਿੱਚ ਇੱਕ ਪੁਰਾਣਾ ਘਰ ਸੀ ਤੇ ਇੱਕ ਖੂਹ ਵੀ ਸੀ। ਆਪਾਂ ਉੱਥੇ ਰੁਕੇ। ਮੈਂ ਬਾਕੀਆਂ ਨੂੰ ਕਿਹਾ ਕਿ ਸਾਨੂੰ ਜੰਗਲ ਦੀ ਤਰਫ ਨਹੀਂ ਸਗੋਂ ਪਿੰਡ ਦੀ ਤਰਫ ਭੱਜਣਾ ਚਾਹੀਦਾ ਸੀ। ਇੰਨੀ ਗੱਲ ਕਰ ਹੀ ਰਿਹਾ ਸੀ ਕਿ ਅਚਾਨਕ ਹੀ ਇੱਕ ਭਿਆਨਕ ਆਵਾਜ਼ ਸਾਡੇ ਕੋਲ ਆਈ ਜਿਸ ਨਾਲ ਮੇਰਾ ਇੱਕ ਸਟੂਡੈਂਟ ਡਰ ਕੇ ਬੇਹੋਸ਼ ਹੋ ਗਿਆ। ਮੈਨੂੰ ਮਹਿਸੂਸ ਹੋਇਆ ਕਿ ਇੱਥੇ ਕਾਫੀ ਪ੍ਰੇਤ ਹਨ ਤੇ ਸਾਡਾ ਬਚਣਾ ਬਹੁਤ ਮੁਸ਼ਕਿਲ ਹੈ। ਹੁਣ ਆਪਾਂ ਉੱਥੇ ਕੁਝ ਵੀ ਨਹੀਂ ਕਰ ਸਕੇ। ਉੱਥੇ ਮੈਂ ਸਮਾਂ ਨਾ ਖਰਾਬ ਕਰਦਿਆਂ ਹੋਇਆਂ ਸਾਰਿਆਂ ਨੂੰ ਇਕੱਠਾ ਕਰਕੇ ਬਿਠਾ ਲਿਆ ਤੇ ਮੈਂ ਸਾਰਿਆਂ ਨੂੰ ਕਿਹਾ ਕਿ ਮੈਂ ਇੱਕ ਸ਼ਬਦ ਬੋਲਦਾ ਹਾਂ, ਤੁਸੀਂ ਨਾਲ ਮੇਰੇ ਪਿੱਛੇ ਬੋਲਣਾ ਹੈ। ਮੈਂ ਚੌਂਕੜਾ ਮਾਰ ਕੇ ਬੈਠ ਗਿਆ ਤੇ ਤਾਤੀ ਵਾਹੁਣ ਲੱਗ ਗਈ। ਪਾਰ ਬ੍ਰਹਮ ਸਰਨਾਈ ਦਾ ਜਾਪ ਸ਼ੁਰੂ ਕੀਤਾ। ਸ਼ਬਦ ਦਾ ਜਾਪ ਕਰਦਿਆਂ 1 ਘੰਟਾ ਬੀਤ ਗਿਆ ਤੇ ਉਹ ਆਵਾਜ਼ਾਂ ਘਟ ਗਈਆਂ। ਸਾਰੀ ਰਾਤ ਆਪਾਂ ਸ਼ਬਦ ਪੜ੍ਹ ਕੇ ਗੁਜ਼ਾਰੀ। ਸਾਨੂੰ ਇਹ ਸਾਫ਼-ਸਾਫ਼ ਮਹਿਸੂਸ ਹੋ ਰਿਹਾ ਸੀ ਕਿ ਸਾਡੇ ਆਲੇ ਦੁਆਲੇ ਕੋਈ ਘੁੰਮ ਰਿਹਾ ਹੈ ਪਰ ਹਮਲਾ ਨਹੀਂ ਕਰ ਪਾ ਰਿਹਾ। ਸਾਰੀ ਰਾਤ ਜਾਪ ਕਰਦੇ ਆਪਾਂ ਥੱਕ ਚੁੱਕੇ ਸੀ। ਇੰਜ ਲੱਗਦਾ ਸੀ ਕਿ ਪ੍ਰੇਤ ਸਾਡੀ ਜਾਨ ਲੈ ਕੇ ਹੀ ਮੁੜੇਗਾ। ਮੈਂ ਮਨ ਹੀ ਮਨ ਅੰਦਰ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕੀਤੀ ਕਿ ਹੇ ਗੁਰੂ ਨਾਨਕ ਸਾਹਿਬ, ਸਾਡੀ ਰੱਖਿਆ ਤੁਸੀਂ ਕਰੋ। ਇੱਥੇ ਤੁਹਾਡੇ ਸਹਾਰੇ ਦੀ ਲੋੜ ਹੈ। ਆਪਾਂ ਇਹਨਾਂ ਸ਼ਕਤੀਆਂ ਦੇ ਨਾਲ ਨਹੀਂ ਲੜ ਸਕਦੇ। ਅਜਿਹੀ ਅਰਦਾਸ ਮੈਂ ਮਨ ਦੇ ਅੰਦਰ ਕਰ ਹੀ ਰਿਹਾ ਸੀ ਕਿ ਸਾਡੇ ਕੰਨਾਂ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਪਈ, ਜਿਵੇਂ ਕੋਈ ਦੂਰ ਪਿੰਡ ਦੇ ਵਿੱਚ ਅੰਮ੍ਰਿਤ ਵੇਲੇ ਸਪੀਕਰ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਪੜ੍ਹ ਰਿਹਾ ਹੋਵੇ। ਉਹ ਆਵਾਜ਼ ਹੌਲੀ-ਹੌਲੀ ਹਵਾ ਦੇ ਨਾਲ ਉੱਚੀ ਹੋਈ ਤੇ ਸ਼ਾਇਦ ਉਹ ਆਵਾਜ਼ ਸੁਣ ਕੇ ਪ੍ਰੇਤ ਉੱਥੋਂ ਚਲੇ ਗਏ ਕਿਉਂਕਿ ਅੰਮ੍ਰਿਤ ਵੇਲਾ ਵੀ ਹੋ ਚੁੱਕਿਆ ਸੀ। ਦਿਨ ਚੜ੍ਹੇ ਆਪਾਂ ਵੀ ਉੱਥੋਂ ਆਪਣੇ ਕੈਂਪਾਂ ਦੇ ਵੱਲ ਭੱਜੇ ਤੇ ਉੱਥੋਂ ਸਮਾਨ ਚੁੱਕਿਆ ਤੇ ਵਾਪਸ ਮੁੜ ਗਏ। ਦੁਕਾਨਦਾਰ ਨੇ ਸਾਨੂੰ ਵਾਪਸ ਜਾਂਦਿਆਂ ਦੇਖ ਸਭ ਕੁਝ ਸਮਝ ਲਿਆ ਤੇ ਕਹਿਣ ਲੱਗਿਆ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਸੁਚੇਤ ਕੀਤਾ ਸੀ। ਮੈਂ ਉਸ ਦੁਕਾਨਦਾਰ ਦੇ ਕੋਲੋਂ ਮਾਫੀ ਮੰਗੀ ਤੇ ਧੰਨਵਾਦ ਕੀਤਾ। ਦੁਕਾਨਦਾਰ ਨੇ ਕਿਹਾ ਕਿ ਤੁਸੀਂ ਰਾਤੀ ਕਿਵੇਂ ਬਚੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਤੇ ਮੈਂ ਉਸ ਦੁਕਾਨਦਾਰ ਨੂੰ ਜਾਂਦੇ ਜਾਂਦੇ ਸਾਰੀ ਗੱਲ ਵਿਸਤਾਰ ਦੇ ਨਾਲ ਦੱਸੀ। ਸਾਰੀ ਗੱਲ ਸੁਣ ਕੇ ਦੁਕਾਨਦਾਰ ਕਹਿਣ ਲੱਗਿਆ ਕਿ ਬਾਕੀ ਤਾਂ ਸਭ ਕੁਝ ਠੀਕ ਹੈ,
ਪਰ ਤੁਸੀਂ ਝੂਠ ਬੋਲ ਰਹੇ ਹੋ। ਮੈਂ ਉਸ ਨੂੰ ਕਿਹਾ ਕਿ ਕੁਝ ਵੀ ਝੂਠ ਨਹੀਂ ਹੈ, ਸਭ ਕੁਝ ਸੱਚ ਹੈ। ਦੁਕਾਨਦਾਰ ਨੇ ਕਿਹਾ ਕਿ ਇੰਜ ਕਿਵੇਂ ਹੋ ਸਕਦਾ ਹੈ। ਤੁਸੀਂ ਕਿਹਾ ਕਿ ਸਪੀਕਰ ਦੇ ਵਿੱਚ ਬਾਣੀ ਸੁਣੀ ਤਾਂ ਜੋ ਪ੍ਰੇਤ ਉੱਥੋਂ ਭੱਜ ਗਏ, ਪਰ ਇੱਥੇ ਦੂਰ ਦੂਰ ਤੱਕ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਹੈ ਤੇ ਨਾ ਹੀ 40 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੋਈ ਸਿੱਖ ਪਰਿਵਾਰ ਇੱਥੇ ਰਹਿੰਦਾ ਹੈ। ਤਾਂ ਫਿਰ ਤੁਸੀਂ ਕਿਹੜੇ ਸਪੀਕਰ ਦੇ ਵਿੱਚ ਬਾਣੀ ਸੁਣ ਲਈ? ਇੱਥੇ ਤਾਂ ਦੂਰ ਦੂਰ ਤੱਕ ਕੋਈ ਮੰਦਿਰ ਵੀ ਨਹੀਂ ਹੈ। ਦੁਕਾਨਦਾਰ ਦੀ ਇਹ ਗੱਲ ਸੁਣ ਕੇ ਮੇਰੀਆਂ ਲੱਤਾਂ ਕੰਬਣ ਲੱਗੀਆਂ। ਸਾਡੇ ਨਾਲ ਜੋ ਵੀ ਹੋ ਰਿਹਾ ਸੀ ਉਹ ਬਹੁਤ ਭਿਆਨਕ ਸੀ ਤੇ ਅੱਜ ਵੀ ਮੈਂ ਸੋਚਦਾ ਹਾਂ ਕਿ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਕਿੱਥੋਂ ਆਈ ਸੀ, ਜੋ ਕਿ ਆਪਾਂ ਸਾਰਿਆਂ ਨੇ ਸੁਣੀ ਸੀ। ਮੈਂ ਇਹ ਕਿੱਸਾ ਆਪਣੇ ਘਰ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਨੂੰ ਸੁਣਾਇਆ, ਪਰ ਕਿਸੇ ਨੇ ਮੇਰੀ ਗੱਲ ਤੇ ਯਕੀਨ ਨਹੀਂ ਕੀਤਾ ਤੇ ਇਹ ਸੱਚਾਈ ਸਾਡੇ ਸਿਰਫ ਪੰਜਾਂ ਦੇ ਵਿੱਚ ਕਾਇਮ ਹੈ। ਸੋ ਤੁਸੀਂ ਕਿਸੇ ਵੀ ਸਥਿਤੀ ਦੇ ਵਿੱਚ ਕਿਉਂ ਨਾ ਹੋਵੋ, ਜਿੰਨੀ ਮਰਜ਼ੀ ਵੱਡੀ ਪ੍ਰੋਬਲਮ ਹੋਵੇ, ਵਾਹਿਗੁਰੂ ਦਾ ਨਾਮ, ਭਰੋਸਾ ਅਤੇ ਵਿਸ਼ਵਾਸ ਦੇ ਨਾਲ ਕੀਤੀ ਹੋਈ ਅਰਦਾਸ ਹਰ ਜਗ੍ਹਾ ਸਹਾਈ ਹੁੰਦੀ ਹੈ।